सतनाम श्री वाहिगुरु साहिब जीओ। जेता समुंद सागर नीर भरिया, तेते औगण हमारे। दया करु किछ मेहरु पावो, डुबदे पत्थर तारे। जिया कना बराबर तपै, पीतर वगै घाती। प्राणवत नानक हुक्म पछाणै, सुख होवै दिन राती। प्राणवत नानक हुक्म पछाणै, सुख होवै दिन राती। जुगो जुग अटल। चावर छत्र तखत दे मालक, दसां पातशाहियां जी दी जोत हाजर नाजर। श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी गुरु की साजी। साज के निवाजी गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन बिरतियां कागर करके जुड़ करके बहन दी कृपालता करिए। समय और सवासां नूं सफला करिए, सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती, ओ विचार इथों तक सी कि जिस वेले सतगुरु गुरु गोबिंद सिंह महाराज ने कृपा कीती, पाउंटा साहिब दी धरती ते विराजमान होए सतगुरु जी ने ये फतेह शाह राजे दी लड़की दा ब्याहनंद कारज दा जो सद्दा पत्र है वो कबूल किया। ते सतगुरु जी ने इत्थे बहुत वधिया सोच विचार प्रगट की है। हुण राजा फतेह शाह दी जिहड़ी लड़की दा ब्याहनंद कारज है वो राजा भीम चंद सैन दे पुत्र दे नाल होण जा रहा। सतगुरु जी ने विचार की, जेकर असीं गए उत्थे 22 धारां दे राजियां दे नाल बिगाड़ पिया है, विरोध बनेगा, बड़ा बिगाड़ बनेगा। इस करके असीं जाना नहीं ते सद्दा पत्र भी कबूल करांगे। ते सतगुरु जी ने अपने वल्लों भाई नंद चंद नूं हुक्म कीता, तुसीं जाओ साडी थां ते जाके उत्थे दे जो कार बिहार ने उन्हां नूं देख के पूर्ण तौर ते ईमानदारी दे नाल मुकम्मल सिरे चाड़ो। ते सतगुरु जी ने बचन विलास कीते ने। भाई नंद चंद जी नूं बचन कीते, हुण 500 घोड़ सवार सिख सूरमा नाल दिता। ते भाई नंद चंद दे मन दे विच विचार ही, सतगुरु जी जेकर मैं गया ਉਹ ਭੀਮ ਚੰਦ ਦੇ ਸੈਨ ਦੇ ਜਿਹੜੀ ਫੌਜ ਹੈ ਤੁਹਾਡੇ ਸਿੱਖ ਜਾਣ ਕੇ, ਤੁਹਾਡਾ ਨਜ਼ਦੀਕੀ ਜਾਣ ਕੇ, ਤੁਹਾਡਾ ਦੀਵਾਨ ਜਾਣ ਕੇ ਮੇਰੇ ਨਾਲ ਨਾ ਵਿਗਾੜ ਕਰਨ, ਸਾਨੂੰ ਨਾ ਕੋਈ ਨੁਕਸਾਨ ਪਹੁੰਚਾਉਣ। ਸਤਿਗੁਰੂ ਜੀ ਨੇ ਬਚਨ ਕਹੇ, ਕਹਿੰਦੇ ਤੁਸੀਂ ਬੇਫਿਕਰ ਹੋ ਕੇ ਜਾਓ, ਸਤਿਗੁਰੂ ਗੁਰੂ ਨਾਨਕ ਦੀ ਕਿਰਪਾ ਰਹਿਮਤ ਤੁਹਾਡੇ ਤੇ ਵਰਤੇਗੀ। उस वक्त पूर्ण तौर पर तैयारियां कीतियां, 1.25 लाख रुपए की कीमत ला के उस वक्त दी जो न्यौता तैयार किया, वो सारियां विचारां शगन विहार जो ब्याहनंद कारज दे विच सतगुरु जी वल्लों
ਭੀਮ ਚੰਦ ਸੈਨ ਦੀ ਪੁੱਤਰੀ ਵਾਸਤੇ ਜੋ ਸ਼ਗਨ ਵਿਹਾਰ ਦੇ ਰੂਪ ਦੇ ਵਿੱਚ ਵਸਤਾਂ ਅਰਪਣ ਕਰਨੀਆਂ ਨੇ, ਭੇਟ ਕਰਨੀਆਂ ਨੇ, ਉਹ ਪ੍ਰਾਪਤ ਕੀਤੀਆਂ। ਹੁਣ ਉਹ ਸਪੈਸ਼ਲੀ ਤੌਰ ਤੇ ਉਹ ਵਸਤਾਂ ਤਿਆਰ ਕਰਵਾਈਆਂ ਗਈਆਂ। ਸੋਨੇ, ਚਾਂਦੀ, ਹੀਰੇ ਜਵਾਹਰਾਤ, ਬੇਸ਼ੁਮਾਰ ਮਹਿੰਗੇ ਤੋਂ ਮਹਿੰਗੇ ਕੀਮਤੀ ਕੱਪੜੇ, ਜੋ ਵੀ ਗਹਿਣਾ ਗੱਟਾ, ਸਭ ਕੁਝ ਸਤਿਗੁਰੂ ਗੁਰੂ ਨਾਨਕ ਦੇ ਦਰਕਰ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਤਿਹ ਸ਼ਾਹ ਰਾਜੇ ਦੀ ਪੁੱਤਰੀ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਉਹ ਸਭ ਕੁਝ ਪ੍ਰਾਪਤ ਕੀਤਾ। ਤੇ ਹੁਣ ਉਸ ਵਕਤ ਕਹਿੰਦੇ ਉਹ ਆਨੰਦ ਚੰਦ ਗੁਰੂ ਸਤਿਗੁਰ ਦਾ ਸਿੱਖ ਹੈ। ਭਾਈ ਸੰਗੋ ਵਰਗੇ ਹੋਰ ਅਨਨ ਪਿਆਰੇ ਸਿੱਖ ਸੇਵਕ ਨਾਲ ਗਏ ਨੇ। 500 ਘੋੜਸਵਾਰ ਪ੍ਰਾਪਤ ਕੀਤਾ, ਨਾਲ ਉਹ ਸੇਵਕ ਲਏ ਨੇ ਜਿਨ੍ਹਾਂ ਨੇ ਬੇਸ਼ੁਮਾਰ ਕੀਮਤੀ ਵਸਤਾਂ ਨਾਲ ਪ੍ਰਾਪਤ ਕੀਤੀਆਂ, ਚੁੱਕੀਆਂ ਨੇ। ਸਤਿਗੁਰ ਜੀ ਤੋਂ ਆਗਿਆ ਲੈ ਕੇ ਔਰ ਸ਼੍ਰੀਨਗਰ ਦੇ ਰਸਤੇ ਰਾਜਾ ਫਤਿਹ ਸ਼ਾਹ ਦੇ ਇਲਾਕੇ ਵੱਲ ਤੁਰ ਪਏ ਨੇ। ਉਸ ਵਕਤ ਇਹ ਜਿਹੜੀ 500 ਘੋੜਸਵਾਰ ਫੌਜ ਹੈ, ਸਤਿਗੁਰ ਦੀ ਕਿਰਪਾ ਨਾਲ ਆਗਿਆ ਪ੍ਰਾਪਤ ਕਰਕੇ ਤੁਰ ਪਈ ਹੈ। ਰਸਤੇ ਵਿੱਚ ਤੁਰੇ ਜਾਂਦੇ ਨੇ। ਹੁਣ ਐਡੀ ਵੱਡੀ ਫੌਜ, ਐਡੀ ਵੱਡੀ ਗਿਣਤੀ ਵਿੱਚ 500 ਸਿੱਖ ਸੂਰਮੇ ਆ। ਜਿਸ ਵੇਲੇ ਰਸਤੇ ਵਿੱਚ ਤੁਰੇ ਜਾਂਦੇ ਨੇ, ਕੱਚੇ ਰਸਤੇ ਨੇ, ਘੋੜਿਆਂ ਤੇ ਸਵਾਰ ਹੈ, ਕੋਈ ਹਾਥੀਆਂ ਤੇ, ਕੋਈ ਊਠਾਂ ਤੇ, ਕੋਈ ਕਿਵੇਂ ਕਰਕੇ ਸਵਾਰੀ ਪ੍ਰਾਪਤ ਕਰਕੇ ਜਾ ਰਿਹਾ। ਕਿਸੇ ਹੱਥ ਵਿੱਚ ਸ਼ਾਸਤਰ ਵਸਤਰ ਪਹਿਨੇ ਆ, ਪ੍ਰਾਪਤ ਕੀਤੇ ਆ, ਕਿਸੇ ਕੋਲ ਬਰਸ਼ੇ ਆ, ਕਿਸੇ ਕੋਲ ਨੇਜੇ ਆ, ਕਿਸੇ ਕੋਲ ਕਿਰਪਾਨਾਂ, ਕਿਸੇ ਕੋਲ ਰਾਈਫਲਾਂ ਪਕੜੀਆਂ ਹੋਈਆਂ ਨੇ। ਉਹ ਸਤਿਗੁਰ ਦੀ ਕਿਰਪਾ ਨਾਲ ਸਭ ਜਾਣੇ ਆਪੋ ਆਪਣੀ ਵਿਚਾਰ ਦੇ ਆਧਾਰ ਤੇ ਗੁਰੂ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਤੁਰੇ ਜਾ ਰਹੇ ਨੇ। ਚੱਲਦੇ ਚੱਲਦੇ ਹੁਣ ਰਾਜਾ ਫਤਿਹ ਸ਼ਾਹ ਦੇ ਇਲਾਕੇ ਵਿੱਚ ਪਹੁੰਚ ਗਏ, ਜੂ ਵਿੱਚ ਪਹੁੰਚ ਗਏ। ਹੁਣ ਉਸ ਵਕਤ ਭਾਈ ਆਨੰਦ ਚੰਦ ਜੀ ਨੇ ਵਿਚਾਰ ਕੀਤੀ, ਇੱਕ ਸਿੱਖ ਨੂੰ ਭੇਜਿਆ ਅੱਗੇ ਸੁਨੇਹਾ ਦੇ ਕੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਸਿੱਖ ਸੂਰਮਿਆਂ ਦੀ ਵੱਡੀ ਗਿਣਤੀ ਵਿੱਚ ਫੌਜ ਪਹੁੰਚੀ ਹੈ। ਉਹ ਜਦੋਂ ਪਤਾ ਲੱਗਿਆ, ਕਹਿੰਦੇ ਫਿਰ ਰਾਜਾ ਫਤਿਹ ਸ਼ਾਹ ਨੇ ਉਹ ਫੌਜ ਵਾਸਤੇ ਨਗਰ ਦੇ ਵਿੱਚ ਇੱਕ ਬਹੁਤ ਵਧੀਆ ਸਥਾਨ ਦੇਖ ਕੇ ਉਹਨਾਂ ਦਾ ਡੇਰਾ ਕਰਵਾਉਣ ਵਾਸਤੇ ਵਿਚਾਰ ਕੀਤੀ ਹੈ। ਉਹ ਨਗਰ ਦੇ ਵਿੱਚ ਬਹੁਤ ਵਧੀਆ ਰਮਣੀਕ ਸਥਾਨ ਹੈ। ਤੇ ਜਦੋਂ ਭਾਈ ਆਨੰਦ ਚੰਦ ਨੇ ਉਹ ਨਗਰ ਦੇ ਵਿੱਚ ਉਹ ਸਥਾਨ ਦੇਖਿਆ, ਉਹਨਾਂ ਨੇ ਵਿਚਾਰ ਕੀਤੀ। ਉਹ ਕਹਿਣ ਲੱਗੇ, ਬੇਨਤੀ ਕਰ ਲੱਗੇ, ਕਹਿੰਦੇ ਦੇਖੋ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਿੱਖ ਹੈ, ਸੂਰਮੇ ਆ, ਇਸ ਜਗ੍ਹਾ ਦੇ ਵਿੱਚ ਪੂਰਨ ਤੌਰ ਤੇ ਪ੍ਰਾਪਤ ਨਹੀਂ ਹੋਣੇ, ਸਮਾਉਣੇ ਨਹੀਂ ਇਹ ਜਗ੍ਹਾ ਵਿੱਚ, ਕਿਉਂਕਿ ਇਹ ਜਗ੍ਹਾ ਨਗਰ ਦੇ ਵਿੱਚ ਹੈ, ਇਸ ਸ਼ਹਿਰ ਦੇ ਵਿੱਚ ਹੈ, ਤੇ ਸਤਿਗੁਰ ਦੇ ਸਿੱਖ ਸੂਰਮੇ ਖੁੱਲੀ ਥਾਂ ਤੇ ਰਹਿਣਾ ਗਿੱਜੇ ਹੋਏ ਨੇ। ਜਿਵੇਂ ਕੋਈ ਜੰਗਲ ਦਾ ਪੰਛੀ ਹੈ, ਮੰਨ ਲਓ ਕੋਈ ਜੰਗਲ ਦਾ ਸ਼ੇਰ ਹੈ। ਹੁਣ ਜੰਗਲੀ ਸ਼ੇਰ ਕਦਾਚਿਤ ਵੀ ਪਾਲਤੂ ਨਹੀਂ ਬਣ ਸਕਦਾ, ਉਹ ਘਰ ਦੇ ਵਿੱਚ ਉਹਨੂੰ ਕੈਦ ਨਹੀਂ ਕੀਤਾ ਜਾ ਸਕਦਾ। ਤੇ ਗੁਰੂ ਪਿਆਰਿਓ, ਉਸ ਵੇਲੇ ਭਾਈ ਆਨੰਦ ਚੰਦ ਜੀ ਨੇ ਆਖਿਆ, ਕਹਿੰਦੇ ਇਸ ਤਰ੍ਹਾਂ ਸਤਿਗੁਰ ਦੇ ਸਿੱਖ ਸੂਰਮੇ ਆ, ਉਹ ਥੋੜੀ ਜਗ੍ਹਾ ਦੇ ਵਿੱਚ ਇੱਦਾਂ ਦੇ ਸਥਾਨ ਤੇ, ਤੰਗ ਸਥਾਨ ਤੇ ਪ੍ਰਾਪਤ ਨਹੀਂ ਹੋ ਸਕਦੇ, ਸਮਾ ਨਹੀਂ ਸਕਦੇ। ਇਸ ਕਰਕੇ ਸਿੱਖਾਂ ਨੂੰ ਖੁੱਲੀ ਜਗ੍ਹਾ ਚਾਹੀਦੀ ਹੈ। ਉਹ ਆਪਣੇ ਇੱਥੇ ਵਿਚਾਰ ਕਰਨ ਲੱਗੇ, ਲੋਕਾਂ ਨੂੰ ਪਰੇਸ਼ਾਨੀ ਆਵੇਗੀ, ਲੋਕ ਲੜਨਗੇ, ਵਿਚਾਰ ਕਰਨਗੇ, ਕੋਈ ਕਿੱਦਾਂ ਦੀ ਵਿਚਾਰ ਕਰੇਗਾ, ਕੋਈ ਕਿੱਦਾਂ ਦੀ। ਇਸ ਕਰਕੇ ਹੁਣ ਇੱਥੇ ਇਸ ਨਗਰ ਵਿੱਚ ਰਹਿਣਾ ਚੰਗੀ ਗੱਲ ਨਹੀਂ, ਸਾਨੂੰ ਤੇ ਖੁੱਲੀ ਜਗ੍ਹਾ ਚਾਹੀਦੀ ਹੈ। ਆਪੋ ਆਪਣੇ ਤੰਬੂ ਲਾਵਾਂਗੇ, ਆਨੰਦ ਮਾਣਾਂਗੇ, ਬਾਣੀ ਪੜਾਂਗੇ, ਸਤਿਗੁਰੂ ਪਰਮਾਤਮਾ ਦੀ ਉਸਤਤ ਕਰਾਂਗੇ। ਇੱਦਾਂ ਦਾ ਸਥਾਨ ਚਾਹੀਦਾ, ਆਨੰਦ ਮੰਗਲ ਮਾਣਾਂਗੇ। ਉਸ ਵੇਲੇ ਕਹਿੰਦੇ ਉਹ ਪਹਿਲ ਕਰਾਂ ਨੇ ਜਾ ਕੇ
ਫਤਿਹ ਸ਼ਾਹ ਰਾਜੇ ਨੂੰ ਦੱਸਿਆ, ਕਹਿੰਦੇ ਵੀ ਇੱਦਾਂ ਗੁਰੂ ਦੇ ਸਿੱਖ ਕਹਿ ਰਹੇ ਆ। ਉਸ ਵੇਲੇ ਫਤਿਹ ਸ਼ਾਹ ਰਾਜੇ ਨੇ ਵਿਚਾਰ ਕੀਤੀ, ਹੁਣ ਸਤਿਗੁਰੂ ਤੇ ਸਤਿਗੁਰ ਦੇ ਸਿੱਖ ਦੋਨੋਂ ਇੱਕੋ ਸਮਾਨ ਹੈ, ਇਹਨਾਂ ਵਿੱਚ ਕੋਈ ਭੇਦ ਭਾਵ ਨਹੀਂ, ਕੋਈ ਅੰਤਰ ਨਹੀਂ ਹੈ, ਕੋਈ ਗੈਬ ਨਹੀਂ ਹੈ, ਫਰਕ ਨਹੀਂ ਕੋਈ। ਜੇਕਰ ਸਤਿਗੁਰ ਦੇ ਸਿੱਖ ਇਦਾਂ ਦੀ ਵਿਚਾਰ ਕਰਨਾ ਚਾਹੁੰਦੇ ਆ ਤੇ ਕਹਿੰਦੇ ਫਿਰ ਆਪਣੇ ਨਗਰ ਤੋਂ ਬਾਹਰ ਇੱਕ ਬਹੁਤ ਵਧੀਆ ਬਾਗ ਹੈ, ਬਹੁਤ ਸੁੰਦਰ ਹੈ, ਖੁੱਲੀ ਥਾਂ ਹੈ, ਉਸ ਬਾਗ ਦੇ ਵਿੱਚ ਇਹਨਾਂ ਸਿੱਖਾਂ ਦਾ ਡੇਰਾ ਕਰਵਾ ਦਿਓ। ਉੱਥੇ ਇਹਨਾਂ ਕੱਲੇ ਕੱਲਿਆਂ ਦਾ ਜਿਹੜਾ ਤੰਬੂ ਲਗਵਾ ਦਿਓ। ਜੋ ਇਹਨਾਂ ਨੂੰ ਵਸਤਰ ਸਾਦਰ ਚਾਹੀਦੇ ਨੇ, ਜੋ ਦਾਣਾ ਪੱਠਾ ਚਾਹੀਦਾ ਏ ਘੋੜਿਆਂ ਵਾਸਤੇ, ਉਹ ਸਭ ਕਹਿੰਦੇ ਇਹਨਾਂ ਨੂੰ ਮੁਹੱਈਆ ਕਰਵਾਓ। ਕਿਸੇ ਪ੍ਰਕਾਰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਕਿਉਂਕਿ ਰਾਜਾ ਫਤਿਹ ਸ਼ਾਹ ਦਾ ਗੁਰੂ ਨਾਨਕ ਦੇ ਦਰਕਰ ਦੇ ਨਾਲ ਬੇਅੰਤ ਅਥਾਹ ਪ੍ਰੇਮ ਹੈ। ਇੰਨਾ ਪ੍ਰੇਮ ਹੈ, ਸਤਿਗੁਰੂ ਜੀ ਨੂੰ ਦੁੱਖ ਤੇ ਸੁੱਖ ਦੇ ਵਿੱਚ ਹਾਜ਼ਰ ਨਾਜ਼ਰ ਸਮਝ ਕੇ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨਾ ਚਾਹੁੰਦਾ ਏ। ਉਸ ਵਕਤ ਰਾਜਾ ਫਤਿਹ ਸ਼ਾਹ ਨੇ ਵਿਚਾਰ ਕੀਤੀ, ਕਹਿੰਦੇ ਸਤਿਗੁਰੂ ਦੇ ਸਿੱਖਾਂ ਦਾ ਵਚਨ ਕੋਈ ਮੋੜਨਾ ਨਹੀਂ, ਜਿਵੇਂ ਕਹਿੰਦੇ ਉਹਦੇ ਮੁਤਾਬਕ ਵਰਤੋ ਭਾਈ। ਫਿਰ ਉਹ ਨਗਰ ਤੋਂ ਬਾਹਰ ਬਹੁਤ ਵਧੀਆ ਸੁੰਦਰ ਰਮਣੀਕ ਇੱਕ ਬਾਗ ਦੇਖਿਆ, ਬਹੁਤ ਖੁੱਲੀ ਜਗ੍ਹਾ। ਉੱਥੇ ਸਤਿਗੁਰ ਦੇ ਸਿੱਖਾਂ ਦਾ ਉਤਾਰਾ ਕਰਵਾਇਆ ਗਿਆ, ਡੇਰਾ ਕਰਵਾਇਆ ਗਿਆ। ਹੁਣ ਉਸ ਡੇਰੇ ਦੇ ਵਿੱਚ ਬੇਅੰਤ ਸਤਿਗੁਰ ਦੀ ਬਖਸ਼ਿਸ਼ ਰਹਿਮਤ ਵਰਤਣ ਲੱਗੀ ਹੈ। ਸਤਿਗੁਰ ਦੇ ਸਿੱਖ ਬੜੇ ਆਨੰਦ ਮੰਗਲ ਦੇ ਨਾਲ ਵਿਚਰਨ ਲੱਗੇ ਨੇ, ਸਤਿਗੁਰ ਦੀ ਕਿਰਪਾ ਰਹਿਮਤ ਵਰਤਣ ਲੱਗੀ ਹੈ। ਨਿਸ਼ਾਨ ਸਾਹਿਬ ਝੁੱਲ ਰਹੇ ਨੇ, ਆਸੇ ਪਾਸੇ ਇਰਦ ਗਿਰਦ 500 ਸਿੱਖ ਸੂਰਮਿਆਂ ਨੇ ਚੌਕਸੀ ਵਰਤ ਕੇ ਆਪੋ ਆਪਣੀ ਹਿਫਾਜ਼ਤ ਕਰਦਿਆਂ ਉਦਾਂ ਦੀ ਚਾਰ ਦਰਬਾਰੀ ਕਰ ਲਈ ਹੈ, ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਇਦਾਂ ਸਤਿਗੁਰ ਦੀ ਕਿਰਪਾ ਦੇ ਨਾਲ ਉਸ ਵਕਤ ਉਸ ਅਸਥਾਨ ਤੇ ਇਹ ਸ਼੍ਰੀ ਨਗਰ ਵਿਖੇ ਸਤਿਗੁਰ ਦੇ ਸਿੱਖਾਂ ਨੇ ਡੇਰਾ ਕੀਤਾ ਤੇ ਸਤਿਗੁਰ ਦੇ ਹੁਕਮ ਦੇ ਨਾਲ ਰਾਜਾ ਫਤਿਹ ਸ਼ਾਹ ਦੀ ਲੜਕੀ ਦੇ ਵਿਆਹ ਆਨੰਦ ਕਾਰਜ ਦੇ ਉੱਤੇ ਪਹੁੰਚੇ ਨੇ ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਹੈ। ਹੁਣ ਇੱਥੇ ਇਹ ਜਿਹੜੇ ਸਤਿਗੁਰ ਦੇ ਸਿੱਖ ਹੈ ਪਹੁੰਚ ਕੇ ਸਤਿਗੁਰ ਦੇ ਹੁਕਮ ਦੀ ਪਾਲਣਾ ਪਏ ਕਰਦੇ ਨੇ, ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਕੋਈ ਕਿਵੇਂ ਕਰਕੇ ਵਿਚਰਦਾ, ਕੋਈ ਕਿਵੇਂ ਕਰਕੇ। ਤੇ ਰਾਜਾ ਫਤਿਹ ਸ਼ਾਹ ਵੱਲੋਂ ਹੀ ਸਾਰਾ ਖਰਚਾ ਉਹ 500 ਫੌਜ ਦੀ ਘੋੜਸਵਾਰੀ ਸਿੱਖਾਂ ਦੀ ਸਾਰੀ ਫੌਜ ਦਾ ਜਿਹੜਾ ਖਰਚਾ ਆਪਣੇ ਆਪ ਅਦਾ ਕਰ ਰਿਹਾ। ਜਿਵੇਂ ਜਿਵੇਂ ਜੋ ਵਸਤਾਂ ਚਾਹੀਦੀਆਂ ਨੇ 36 ਪ੍ਰਕਾਰ ਦੇ ਭੋਜਨ ਸਿੱਖਾਂ ਨੂੰ, ਸੰਗਤਾਂ ਨੂੰ, ਸੇਵਕਾਂ ਨੂੰ ਚਾਹੀਦੇ, ਉਹ ਸਭ ਕਹਿੰਦੇ ਮੁਹੱਈਆ ਕਰਵਾ ਰਿਹਾ ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਭਾਈ ਨੰਦ ਚੰਦ ਗੁਰੂ ਸਤਿਗੁਰ ਦੇ ਅਨਨ ਪਿਆਰੇ ਸਿੱਖ ਸੇਵਕ ਦਇਆ ਰਾਮ ਸੰਗੋ ਸ਼ਾਹ ਹੋਰ ਸਤਿਗੁਰ ਦੇ ਪਿਆਰੇ ਅਨਨ ਸਿੱਖ ਸੇਵਕ 500 ਘੋੜ ਸਮੇਰ ਸਮਾਦ ਇੱਥੇ ਪਹੁੰਚੇ ਨੇ। ਇੱਥੋਂ ਦੀ ਵਿਚਾਰ ਇਹ ਹੋਈ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਅੱਗੇ, ਕਹਿੰਦੇ ਉਧਰ ਭੀਮ ਚੰਦ ਸੈਨ ਦੇ ਪੁੱਤਰ ਦੀ ਬਰਾਤ ਕਹਿੰਦੇ ਇਧਰੋਂ ਕਿਵੇਂ ਰਵਾਨਗੀ ਪ੍ਰਾਪਤ ਕਰਦੀ ਬਿਲਾਸਪੁਰ ਤੋਂ, ਕਿਵੇਂ ਉਹ ਤਿਆਰੀ ਕਰਕੇ ਤੁਰਦੇ ਨੇ। 22 ਧਾਰਾਂ ਦੇ ਰਾਜੇ ਕਿਵੇਂ ਕਰਕੇ ਉਥੋਂ ਪ੍ਰਾਪਤੀ ਕਰਦੇ ਨੇ, ਰਸਤੇ ਵਿੱਚ ਕੀ ਕੀ ਵਿਚਾਰਾਂ ਹੁੰਦੀਆਂ, ਕਿਵੇਂ ਚੱਲਦੇ ਹੋ ਬਰਾਤ ਲੈ ਕੇ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਇਹ ਵੀ ਵਿਚਾਰ ਕਰੀਏ। ਉਸ ਵਕਤ ਰਾਜਾ ਭੀਮ ਚੰਦ ਸੈਨ ਨੇ ਵਿਚਾਰ ਕੀਤੀ, ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਆਪਣੇ ਰਿਸ਼ਤੇਦਾਰ ਸਾਕ ਸੰਬੰਧੀ ਜਿੰਨੇ ਵੀ ਹੈ ਉਹ ਸਾਰਿਆਂ ਨੂੰ ਮੇਲ ਗੇਲ ਸਾਰਿਆਂ ਨੂੰ ਬੁਲਾਇਆ ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਉਸ ਵਕਤ ਭੀਮ ਚੰਦ ਸੈਨ ਨੇ ਬੇਅੰਤ ਰਾਜਿਆਂ ਨੂੰ ਬੁਲਾਇਆ। 22 ਧਰ ਦੇ ਰਾਜੇ ਆ ਜਿਹੜੇ ਵੱਡੀ ਵੱਡੀ ਮੱਤ ਦੇ ਆਪਣੀ ਮੱਤ ਨੂੰ ਪ੍ਰਾਪਤ ਕਰਕੇ ਆਏ ਨੇ।
उस वक्त उन्होंने तैयारी की, सारे घर दे विच पकवान बनाए, हलवाई बिठाए गए, रसदायक लूणे खट्टे मिठे स्वादी पदार्थ बनाए गए। इदां दे पदार्थ तैयार करके राजा भीम चंद सैन ने अपने पुत्र दे ब्याह आनंद कारज दे संबंध विच इदां दी विचार प्राप्त की है। हुण भीम चंद सैन ने ਉਹ ਸਮਾਂ ਵਿਚਾਰਿਆ ਤੇ ਕਹਿੰਦੇ ਆਪਣੇ ਪੁੱਤਰ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਬਰਾਤ ਨੂੰ ਆਪਣੇ ਨਗਰ ਬਿਲਾਸਪੁਰ ਤੋਂ ਰਵਾਨਗੀ ਪ੍ਰਾਪਤ ਕਰਨ ਵਾਸਤੇ ਸਭ ਵਿਚਾਰਾਂ ਅਦਾ ਕੀਤੀਆਂ। ਜੋ ਵੀ ਸ਼ਗਨ ਵਿਹਾਰ ਨੇ ਉਹ ਸਾਰੇ ਪ੍ਰਾਪਤ ਕੀਤੇ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਹੈ। ਉਸ ਵਕਤ ਭੀਮ ਚੰਦ ਸੈਨ ਨੇ ਸਾਰੇ ਸ਼ਗਨ ਵਿਹਾਰ ਕੀਤੇ। ਬਰਾਤ ਨੂੰ ਉੱਥੋਂ रवाना करने वास्ते जो जो अपने धर्म के अनुसार अपने कर्म के अनुसार रीत रिवाज निभा देना कीते ने। हौली हौली बरात उथों रवानगी प्राप्त करती हुई इधर श्रीनगर विखे राजा फतेह शाह की पुत्री के ब्याह आनंद कारज के संबंध में चले ने। उस वक्त दे अपने पुत्र के बड़े आर श्रृंगार लाए ने। बेशुमार महंगे तो महंगे कीमती हाथी घोड़े ऊठ रथ गड्ढे बेअंत इदां दे प्राप्त कीते ने। बड़े ठाठ बाठ दे नाल भीम चंद सैन ने अपना पूरा जोर ला के वो बरात दी डेकोरेट कीती है, बरात नूं रवानगी प्राप्त कीती है। पूर्ण तौर ते राजा भीम चंद सैन किसी प्रकार कोई किसी पक्षों ऊणता रहन नहीं दे रहा। वो कहंदा मेरे पुत्र दा ब्याह आनंद कारज शादी है ते किसी प्रकार कोई देरी ना होवे, कोई दिक्कत ना आवे, कोई मुश्किल प्राप्त ना आवे, किसी घाट ना रहे किसी गल दी। ये पूर्ण तौर ते जोर ला रहा। हुण शगन विहार करदे सखियां खुशियां दे गीत गायन करदे करदे बरात रवानगी प्राप्त की। उन्होंने उत्थों चले ने। उस वक्त भीम चंद सैन दे पुत्र दी बरात दे रूप दे विच काफ़ी राजे ने, काफ़ी फौज है, काफ़ी सूरमे इन्हां दे महाबली योधे है। अपने आप दे विच कहंदे एडे वड्डे योधे आ वो कहाउण वाले। कई कई मनुखां दे नाल एक एक मनुख जूझण की ताकत रखण वाला, अपने आप समझण वाला है। उस वक्त गुरु प्यारे इदां करके सतगुरु की कृपा दे नाल कवि संतोख सिंह जी लिखते हैं, कहते हुण इस भीम चंद के पुत्र की इदां बरात ने रवानगी प्राप्त की। इथों तुरे ने चाले पाए ने। चलदे चलदे एक स्थान ते पड़ाव कीता ते पड़ाव करते हुण रास्ते विच दिने पैंडे नूं तय करते ने। रात विखे कहंदे पड़ाव करके आराम करते। बड़ी फौज है, बड़ी तादाद दे विच बरात है। उथों पड़ाव कीता, दिन उदय होया, इथों अगे चले ने। चलदे चलदे उत्थे पहुंचे जिथे पौंटा साहिब दी धरती है। गुरु गोबिंद सिंह महाराज ने डेरा कीता सतगुरु जी ने। हुण ये भीम चंद सैन दे पुत्र दी बरात ये पौंटा साहिब दी धरती दे नाल दी उथों दी जा रही है जिथे गुरु गोबिंद सिंह महाराज ने डेरा कीता जमुना नदी दे किनारे। उथों दी रस्ते दी जा रही। राजा भीम चंद सैन नूं पता लग्या कि गुरु गोबिंद सिंह महाराज दा रस्ते विच डेरा हुंदा। जेकर असी रास्ते विच दी लंघे, गुरु सतगुर दे कोल दी लंघे ते उत्थे सूरमियां दा फौज दा आमो सामना हो जाना। हो सकदा उत्थे युद्ध भी होवे, लड़ाई भी होवे। ये विचार है। कहंदे हुण जदों आमो सामना होवेगा ना फिर ते कहंदे युद्ध आटोमैटिकली छड़ पैना ते असी ते खुशियां दे संबंध विच जा रहे हां, शगना के संबंध विच जा रहे हैं। अब शगन हो जाना, माड़ा कर्म प्राप्त हो जाना, खुशी मनाउण जा रहे दुख प्राप्त हो जाना।
ਉਸ ਵੇਲੇ ਉਹਨੇ ਵਿਚਾਰ ਕੀਤੀ, ਜੇਕਰ ਸਤਿਗੁਰੂ ਜੀ ਦੇ ਕੋਲ ਦੀ ਲੰਘਾਂਗੇ ਕੰਮ ਹੋਵੇਗਾ, ਜੇਕਰ ਸਤਿਗੁਰੂ ਜੀ ਦੇ ਪਾਸੇ ਦੀ ਕਿਤੋਂ ਹੋਰ ਰਸਤੇ ਵਿੱਚ ਦੀ ਜਾਂਦੇ ਆ ਤੇ ਰਸਤਾ ਬਹੁਤ ਲੰਮਾ ਉੱਤੋਂ ਦੀ ਘੁੰਮ ਕੇ ਆਉਣਾ ਪਵੇਗਾ, ਬਹੁਤ ਜ਼ਿਆਦਾ ਲੰਮਾ ਪੈਂਡਾ ਬਣ ਜਾਣਾ। ਲੰਮਾ ਪੈਂਡਾ ਹੋਣ ਦੇ ਨਾਤੇ ਦਿਨ ਵੀ ਵੱਧ ਲੱਗਣਗੇ ਤੇ ਪਹਿਲਾਂ ਹੀ ਕਹਿੰਦੇ ਉਦਾਂ ਦਾ ਦਿਨ ਤਰੀਕ ਮਿਥੀ ਹੋਈ ਹੈ, ਜੇਕਰ ਉਹ ਦਿਨ ਤਰੀਕ ਲੰਘ ਗਈ ਵਿਆਹ ਦੀ ਫਿਰ ਫਾਇਦਾ ਕੀ ਹੈ, ਭਾਵ ਕੋਈ ਨਹੀਂ। ਉਹਨਾਂ ਨੇ ਸਾਡੇ ਆਧਾਰ ਤੇ ਉਹ ਦਿਨ ਤਰੀਕ ਸਮਾਂ ਨਿਯੁਕਤ ਕੀਤਾ। ਇਸ ਕਰਕੇ ਪਰਿਵਾਰ ਤੇ ਉਹ ਡਾਕਟਰ ਉਹਨੇ ਭੀਮ ਚੰਦ ਸੈਨ ਨੇ ਆਪਣੇ ਰਾਜਿਆਂ ਨਾਲ ਵਿਚਾਰ ਕੀਤੀ, ਕਹਿੰਦੇ ਉਹਨੂੰ ਕੀਤਾ ਕੀ ਜਾਵੇ। ਗੁਰੂ ਪਿਆਰੀ ਸਾਧ ਸੰਗਤ, ਉਸ ਵੇਲੇ ਕਹਿੰਦੇ ਗੋਪਾਲ ਕਈ ਵਾਰੀ ਸਾਨੂੰ ਇਦਾਂ ਲੱਗਦਾ ਹੈ ਕਿ ਸਾਨੂੰ ਗੁਰਬਾਣੀ ਪੜ੍ਹਨ ਜਾਂ ਗੁਰਦੁਆਰੇ ਜਾਣ ਦੀ ਕੀ ਲੋੜ ਹੈ। ਉਸ ਵਕਤ ਉਹਦੇ ਨਾਲ ਉਹਨੇ ਵਿਚਾਰ ਕੀਤੀ ਹੈ ਤੇ ਉਸ ਤੋਂ ਉਪਰੰਤ ਕਹਿੰਦੇ ਸਕੇਤ ਰਿਆਸਤ ਦਾ ਰਾਜਾ ਜੱਸੋਵਾਲ, ਬਹੁਤ ਚੰਗੀ ਗੱਲ ਹੈ ਕਿ ਅਸੀਂ ਉਹਦੇ ਨਾਲ ਵਿਚਾਰ ਕੀਤੀ ਹੈ। ਤੇ ਹੋਰ ਸਾਡੇ ਹੁੰਡੀ ਰਾਜੇ ਨੇ ਉਹਨਾਂ ਨਾਲ ਵਿਚਾਰ ਕੀਤੀ ਹੈ। ਕੇਸਰੀ ਚੰਦ ਆਉਣ ਵਾਲੇ ਸਮੇਂ ਵਿੱਚ ਸਾਡੇ ਨਾਲ ਇਦਾਂ ਦੇ ਰਾਜੇ ਨੇ, 22 ਧਾਰਾਂ ਦੇ ਰਾਜੇ ਨੇ, ਉਹਨਾਂ ਨਾਲ ਵਿਚਾਰ ਕੀਤੀ, ਕਹਿੰਦੇ ਕਿਵੇਂ ਕਰੀਏ ਬਈ ਹੁਣ ਉਸ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਸਤਿਗੁਰ ਦੇ ਕੋਲ ਦੀ ਲੰਘਣਾ ਪੈਣਾ, ਰਸਤਾ ਇਹੀ ਵਧੀਆ ਤੇ ਵੰਡ ਕੇ ਜੇ ਕੋਲ ਦੀ ਲੰਘਦੇ ਗੁਰੂ ਸਤਿਗੁਰੂ ਜੀ ਦੇ ਨਾਲ ਜੰਗ ਜੁੱਧ ਛੜ ਪੈਣੀ ਹੈ। ਜੇ ਦੂਰ ਦੀ ਜਾਂਦੇ ਆ ਤੇ ਬਹੁਤ ਵੱਡਾ ਲੰਮਾ ਸਫ਼ਰ ਬਣ ਜਾਣਾ, ਕਰੀਏ ਕੀ। ਉਸ ਵਕਤ ਇਹਨਾਂ ਰਾਜਿਆਂ ਨੇ ਵਿਚਾਰ ਕੀਤੀ, ਕਹਿੰਦੇ ਇਉਂ ਕਰਨੇ ਆਪਾਂ ਕਿਹੜਾ ਕਿਸੇ ਗੱਲੋਂ ਘੱਟ ਆ। ਸਤਿਗੁਰ ਦੇ ਕੋਲ ਕੁਝ ਕੁ ਸੈਨਾ ਹੋਵੇਗੀ, ਫੌਜ ਹੋਵੇਗੀ, ਆਪਣੇ ਕੋਲ ਬੇਅੰਤ ਬੇਸ਼ੁਮਾਰ ਕੀ ਬਹੁਤ ਜ਼ਿਆਦੇ ਗਿਣਤੀ ਤੋਂ ਰਹਿਤ ਫੌਜ ਹੈ ਆਪਣੇ ਕੋਲ। ਸਤਿਗੁਰ ਜੀ ਨੂੰ ਆਪਾਂ ਤਤ ਛਨ ਦੇ ਵਿੱਚ ਮਿੱਟੀ ਵਿੱਚ ਮਿਲਾ ਦੇਵਾਂਗੇ, ਸਤਿਗੁਰ ਦੀ ਫੌਜ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ। ਆਪਣੇ ਕੋਲੇ ਕਿਹੜਾ ਕੁਝ ਨਹੀਂ, ਸਭ ਕੁਝ ਹੈ। ਉਸ ਵਕਤ ਕੁਝ ਕੁ ਸਿਆਣੇ ਰਾਜਿਆਂ ਨੇ ਵਿਚਾਰ ਕੀਤੀ, ਕਹਿੰਦੇ ਉਹ ਪਹਿਲਾਂ ਹੀ ਜੰਗ ਜੁੱਧ ਨੂੰ ਟਾਲਿਆ, ਮਸਾਂ ਪਹਿਲਾਂ ਹੀ ਵਿਚਾਰ ਉਦਾਂ ਦੀ ਹੋਈ ਹੈ। ਤੇ ਜੇਕਰ ਜੰਗ ਜੁੱਧ ਕਰਨ ਦਾ ਸਮਾਂ ਬਣ ਗਿਆ ਬਹੁਤ ਨੁਕਸਾਨ ਹੋਵੇਗਾ। ਹੁਣ ਇਹ ਕੋਈ ਪਤਾ ਨਹੀਂ ਜੰਗ ਜੁੱਧ ਦੇ ਵਿੱਚ ਕਿਹਦੀ ਮੌਤ ਹੋਣੀ ਹੈ, ਕਿਹਨੇ ਮਰਨਾ, ਕਿਹਨੇ ਜੀਵਤ ਰਹਿਣਾ, ਕੋਈ ਪਤਾ ਨਹੀਂ। ਹੋ ਸਕਦਾ ਭੀਮ ਚੰਦ ਸੈਨ ਦੇ ਨਜ਼ਦੀਕੀ ਮਨੁੱਖ ਦੀ ਮੌਤ ਹੋ ਜੇ, ਜਾਂ ਇਹਨਾਂ ਦੀ ਹੋ ਜੇ, ਜਾਂ ਇਹਦੇ ਪੁੱਤਰ ਦੀ ਮੌਤ ਹੋ ਜੇ, ਕੋਈ ਪਤਾ ਨਹੀਂ ਨਾ ਫਿਰ ਤੇ। ਉਸ ਵੇਲੇ ਉਹਨਾਂ ਨੇ ਵਿਚਾਰ ਕੀਤੀ, ਹੁਣ ਕਹਿੰਦੇ ਆਓ ਕਰਦੇ ਫਿਰ ਸਤਿਗੁਰੂ ਜੀ ਦੇ ਕੋਲ ਦੋ ਹੀ ਰਸਤੇ ਆ, ਜਾਂ ਤੇ ਸਖਤਾਈ ਹੈ ਜਾਂ ਫਿਰ ਨਿਮਰਤਾ ਦੀ ਵਿਚਾਰ ਹੈ, ਜਾਂ ਫਿਰ ਸਖਤਾਈ ਕਰਦੀ ਜਾਂ ਨਿਮਰਤਾ ਕਰਦੀ, ਦੋਨੋਂ ਇੱਕੋ ਰਸਤੇ ਨੂੰ ਅਪਣਾਉਣਾ ਪੈਣਾ, ਦੋਨਾਂ ਦੇ ਵਿੱਚੋਂ ਇੱਕ ਰਸਤੇ ਨੂੰ। ਉਹ ਕਹਿੰਦੇ ਆਓ ਕਰਦੇ ਸਤਿਗੁਰੂ ਜੀ ਦੇ ਕੋਲ ਇੱਕ ਨਿਮਰਤਾ ਸਹਿਤ ਸਿੱਖ ਆਪਣੇ ਵੱਲੋਂ ਕੋਈ ਭੇਜਦੇ ਆ, ਸਿਪਾਹੀ ਐਲਕਾਰ ਭੇਜ ਦਿੰਦੇ ਆ, ਸੂਝਵਾਨ ਕੋਈ, ਤੇ ਸਤਿਗੁਰੂ ਜੀ ਨੂੰ ਜਾ ਕੇ ਬੇਨਤੀ ਕਰਨੇ ਆ ਕਿ ਸਤਿਗੁਰੂ ਜੀ ਸਾਨੂੰ ਇੱਥੋਂ ਦੀ ਲੰਘਣ ਦਿਓ। ਤੇ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ, ਮਨਾ ਨਹੀਂ ਕਰਨਗੇ। ਉਸ ਵਕਤ ਇਹ ਗੱਲ ਕੁਝ ਕੁ ਰਾਜਿਆਂ ਨੇ ਵਿਚਾਰ ਕੀਤੀ, ਪਰ ਇਹ ਜਿਹੜੀ ਗੱਲ ਹੈ ਕੁਝ ਕੁ ਰਾਜਿਆਂ ਦੇ ਹਜ਼ਮ ਨਹੀਂ ਹੋਈ। ਹੁਣ ਵੱਡੀ ਤਾਦਾਦ ਦੇ ਵਿੱਚ ਮਨੁੱਖਾਂ ਦੀ ਬਹੁਤੀ ਗਿਣਤੀ ਹੋਵੇ, ਉਹ ਗਿਣਤੀ ਵਿੱਚੋਂ ਇੱਕੋ ਜਿਹੇ ਮਨੁੱਖ ਨਹੀਂ ਹੁੰਦੇ, ਇੱਕੋ ਜਿਹੀ ਮਤ ਨਹੀਂ ਹੁੰਦੀ। ਉਹਨਾਂ ਵਿੱਚ ਕਈ ਲੋਕ ਉਹਦੇ ਆਪੋਜਿਟ ਸੋਚ ਵਿਚਾਰ ਰੱਖਦੇ ਨੇ, ਕਈ ਉਸ ਮੁਤਾਬਕ ਚੱਲਦੇ ਨੇ ਕਿ ਭਲਾ ਹੋਵੇ, ਬਸ ਭਲੇ ਦੀ ਵਿਚਾਰ ਹੋਵੇ। ਜਿਹੜੀ ਗੱਲ ਸੋਚ ਵਿਚਾਰ ਕੇ ਸਮਝਦਾਰੀ ਦੇ ਨਾਲ ਬਣ ਜੇ, ਜਿਹੜਾ ਕਾਰਜ ਕਹਿੰਦੇ ਉਦਾਂ ਹੀ ਪਿਆਰ ਦੇ ਨਾਲ ਸਰੇ ਨੇਤਰੇ ਚੜ ਜੇ, ਉਹਦੇ ਵਿੱਚ ਸਖਤਾਈ ਵਰਤਣ ਦੀ ਕੀ ਲੋੜ ਹੈ, ਉਹਦੇ ਵਿੱਚ ਏਦਾਂ ਮੂਰਖਤਾ ਦੀ ਵਿਚਾਰ ਕਰਨ ਦੀ ਕੀ ਲੋੜ ਹੈ, ਭਾਵ ਨਹੀਂ। ਤੇ ਜਿੱਥੇ ਲੋੜ ਪਵੇ ਕਿ ਇੱਥੇ ਆ ਕਾਰਜ ਤੋਂ ਬਿਨਾਂ ਸਰਨਾ ਨਹੀਂ, ਉੱਥੇ ਉਦਾਂ ਦੀ ਵਿਚਾਰ ਕਰ ਲੈਣੀ ਚਾਹੀਦੀ ਹੈ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਭੀਮ ਚੰਦ ਸੈਨ ਤੇ ਪਹਿਲੇ ਹੀ ਉਹਨੇ ਕਹਿੰਦੇ ਮਸਾਂ ਇਹ ਜਿਹੜੀ ਫੌਜ ਦਾ ਕਾਰਜ ਹੈ, ਜੰਗ ਜੁੱਧ ਦਾ ਕਾਰਜ ਹੈ, ਮਸਾਂ ਹੀ ਉਹਨੇ ਟਾਲਿਆ। ਹੁਣ ਇਹ ਦੂਜੇ ਨੰਬਰ ਤੇ ਜੰਗ ਜੁੱਧ ਦਾ ਕਾਰਜ ਫੇਰ ਬਣਦਾ ਜਾ ਰਿਹਾ, ਕੀਤਾ ਕੀ ਜਾਵੇ, ਬਹੁਤ ਵੱਡਾ ਨੁਕਸਾਨ ਹੋਵੇਗਾ।
ਹੁਣ ਭੀਮ ਚੰਦ ਸੈਨ ਨੇ ਵਿਚਾਰ ਕੀਤੀ, ਕਹਿੰਦੇ ਇਉਂ ਕਰੋ ਵੀ ਇਹਦੇ ਵਿੱਚ ਹੀ ਚੰਗੀ ਗੱਲ ਹੈ, ਆਪਾਂ ਸਤਿਗੁਰੂ ਜੀ ਨੂੰ ਬੇਨਤੀ ਕਰ ਦਿੰਨੇ ਆ, ਨੀਵੇਂ ਹੋ ਕੇ ਲੰਘ ਜਾਂਦੇ ਆ। ਜਿਹੜਾ ਮਨੁੱਖ ਸਿਆਣਾ ਹੁੰਦਾ ਏ ਉਹ ਮਾੜੀ ਵਿਚਾਰ ਉਤਪੰਨ ਕਰਨ ਤੋਂ ਗੁਰੇਜ਼ ਕਰਦਾ। ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨੁਕਸਾਨ ਹੋਵੇ, ਆਪਣਾ ਨੁਕਸਾਨ ਹੋਵੇ, ਉਹ ਨਹੀਂ ਚਾਹੁੰਦਾ। ਤੇ ਜੇਕਰ ਉਹ ਨੀਵਾਂ ਹੋ ਵੀ ਜਾਵੇ, ਉਹ ਮਨੁੱਖ ਦਾ ਕੋਈ ਘਸਦਾ ਨਹੀਂ, ਕਿਸੇ ਪ੍ਰਕਾਰ ਕੋਈ ਉਹ ਮਨੁੱਖ ਦੀ ਤੌਹੀਨ ਨਹੀਂ ਹੁੰਦੀ। ਜਿਹੜਾ ਮਨੁੱਖ ਜਿੱਦਾਂ ਦੀ ਪਦਵੀ ਵਾਲਾ ਉਹਨੇ ਤੇ ਉਦਾਂ ਦਾ ਹੀ ਰਹਿਣਾ। ਮੁਆਫੀ ਮੰਗਣ ਨਾਲ, ਨੀਵੇਂ ਹੋਣ ਦੇ ਨਾਲ ਕਿਸੇ ਮਨੁੱਖ ਦੀ ਤੌਹੀਨ ਨਹੀਂ ਹੁੰਦੀ, ਭਾਵ ਬੇਇੱਜ਼ਤੀ ਨਹੀਂ ਹੁੰਦੀ। ਇਹਦੇ ਪ੍ਰਮਾਤਮਾ ਦੀ ਕਿਰਪਾ, ਇਦਾਂ ਦੇ ਗੁਣ, ਇਦਾਂ ਦੀ ਵਿਚਾਰ ਕਿਸੇ ਵਿਰਲੇ ਮਨੁੱਖ ਦੇ ਵਿੱਚ ਉਤਪੰਨ ਹੁੰਦੀ, ਪ੍ਰਾਪਤੀ ਹੁੰਦੀ ਹੈ। ਨਹੀਂ ਤੇ ਜੇਕਰ ਹੰਕਾਰ ਸਹਿਤ ਵੱਡੇ ਮਾਣ ਦੇ ਨਾਲ ਹੋ ਕੇ ਆਪਣਾ ਤੁਰੇ ਫਿਰਦੇ ਰਹਿ ਗਏ, ਫਿਰ ਤੇ ਆਪ ਦਾ ਹੀ ਨੁਕਸਾਨ ਹੈ ਨਾ। ਆਪ ਦਾ ਇਹਦੇ ਵਿੱਚ ਬੇਅੰਤ ਇਦਾਂ ਦਾ ਕਾਰਜ ਵਿਗੜੇਗਾ। ਉਹਨਾਂ ਨੇ ਸਲਾਹ ਬਣਾਈ, ਇਦਾਂ ਮਸ਼ਵਰਾ ਬਣਾਇਆ। ਹੁਣ ਭੀਮ ਚੰਦ ਸੈਨ ਨੇ ਇਦਾਂ ਵਿਚਾਰ ਬਣਾਈ। ਕੁਝ ਕੁ ਰਾਜੇ ਉਹ ਕਹਿੰਦੇ ਨਹੀਂ, ਅਸੀਂ ਨੀਵੇਂ ਨਹੀਂ ਹੋਣਾ, ਸਾਡੇ ਕੋਲੇ ਕਿਹੜਾ ਫੌਜ ਨਹੀਂ, ਸਾਡੇ ਕੋਲੇ ਕਿਹੜਾ ਸ਼ਸਤਰ ਬਸਤਰ ਨਹੀਂ, ਸਭ ਕੁਝ ਹੈ। ਉਸ ਵਕਤ ਉਹ ਵਿਚਾਰ ਇਦਾਂ ਕਰ ਲੱਗੇ। ਹੁਣ ਆਪਸ ਦੇ ਵਿੱਚ ਮਤ ਭੇਦ ਆ ਨਾ ਜਿਹੜੇ, ਉਹਨਾਂ ਦੇ ਇੱਕੋ ਜਿਹੇ ਨਹੀਂ। ਆਪਸ ਦੇ ਵਿੱਚ ਗੱਲ ਵਿਚਾਰ ਇਕਾਗਰ ਨਹੀਂ ਹੋ ਰਹੀ, ਮਿਲ ਨਹੀਂ ਰਹੀ, ਪ੍ਰਾਪਤੀ ਨਹੀਂ ਹੋ ਰਹੀ। ਤੇ ਇਹਦੇ ਵਿੱਚ ਗੁਰੂ ਪਿਆਰਿਓ, ਉਹਨਾਂ ਨੇ ਕਈਆਂ ਨੇ ਸਹੀ ਇਸ ਗੱਲ ਨੂੰ ਠੀਕ ਸਮਝਿਆ, ਕਈਆਂ ਨੇ ਗਲਤ ਸਮਝਿਆ। ਕਈ ਕਹਿੰਦੇ ਨਹੀਂ, ਸਤਿਗੁਰੂ ਜੀ ਦਇਆਵਾਨ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਨੇਕ ਦਿਲ ਦੇ ਨੇ। ਜੇਕਰ ਸਤਿਗੁਰੂ ਜੀ ਨੂੰ ਬੇਨਤੀ ਕਰਾਂਗੇ, ਉਹਨਾਂ ਨੇ ਕਿਹੜਾ ਸਾਨੂੰ ਕੁਝ ਕਹਿਣਾ। ਨਿਮਰਤਾ ਦੇ ਨਾਲ ਕੋਈ ਵੀ ਮਨੁੱਖ ਹੈ ਗੁਰੂ ਨਾਨਕ ਦੇ ਦਰਕਾਰ ਦੇ ਵਿੱਚ ਆਵੇ, ਨੀਵਾਂ ਹੋ ਕੇ, ਤੇ ਸਤਿਗੁਰ ਦੇ ਦਰਕਾਰ ਦੇ ਵਿੱਚ ਬਖਸ਼ਿਆ ਜਾਂਦਾ ਏ। ਤੇ ਜੇਕਰ ਕੋਈ ਮਨੁੱਖ ਭਾਵੇਂ ਕਿੱਦਾਂ ਦਾ ਹੋਵੇ, ਉਹ ਹੰਕਾਰੀ ਬਣ ਕੇ ਆਵੇ, ਉਹ ਬਖਸ਼ਿਆ ਨਹੀਂ, ਉਹ ਕਿਸੇ ਪ੍ਰਕਾਰ ਪ੍ਰਾਪਤੀ ਨਹੀਂ ਕਰ ਸਕਦਾ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਜੇਕਰ ਪ੍ਰਾਪਤੀ ਕਰਨੀ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨੀ, ਨੀਵੇਂ ਹੋਣਾ ਪੈਣਾ, ਨਿਮਰਤਾ ਪ੍ਰਾਪਤ ਕਰਨੀ ਪੈਣੀ ਹੈ। ਤੇ ਜੇ ਵਿਚਾਰ ਕਰੀਏ, ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਹੁਣ ਤੱਕ 9 ਪਾਤਸ਼ਾਹੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਜਿਨ੍ਹਾਂ ਨੇ ਵੀ ਗੁਰਤਾ ਗੱਦੀ ਪ੍ਰਾਪਤ ਕੀਤੀ, ਨਿਮਰਤਾ ਸਹਿਤ। ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਚਾਰ ਕਰੀਏ, ਕਹਿੰਦੇ ਗੁਰੂ ਨਾਨਕ ਦੇ ਮਾਰ ਤੋਂ ਭਾਈ ਲਹਿਣਾ ਜੀ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਨਿਮਰਤਾ ਨਾਲ। ਜੇਕਰ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਬਣੇ, ਗੁਰਤਾ ਗੱਦੀ ਪ੍ਰਾਪਤ ਹੋਈ, ਉਹ ਸਭ ਕੁਝ ਰੁਤਬਾ ਇਦਾਂ ਦਾ ਮਹਾਨਤਾ ਵਾਲਾ ਵਿਚਾਰ ਨਿਮਰਤਾ ਨਾਲ ਪ੍ਰਾਪਤ ਹੋਇਆ। ਤੇ ਜੇਕਰ ਗੁਰੂ ਅੰਗਦ ਦੇ ਮਾਰ ਤੋਂ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਨਿਮਰਤਾ ਨਾਲ, ਧੱਕੇ ਨਾਲ ਤੇ ਨਹੀਂ ਨੇ ਪ੍ਰਾਪਤ ਹੋਈ, ਜਾਂ ਮੁੱਲ ਖਰੀਦ ਲਈ ਹੋਵੇ, ਇਹ ਨਹੀਂ ਪ੍ਰਾਪਤ ਹੋਈ। ਗੁਰੂ ਅਮਰਦਾਸ ਮਹਾਰਾਜ ਤੋਂ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਨਿਮਰਤਾ ਨਾਲ। ਗੁਰੂ ਰਾਮਦਾਸ ਮਹਾਰਾਜ ਤੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਨਿਮਰਤਾ ਨਾਲ। ਨਹੀਂ ਤੇ ਪ੍ਰਿਥੀ ਚੰਦ ਬੜਾ ਆਪਣੇ ਆਪ ਦੇ ਵਿੱਚ ਕਹਿੰਦਾ ਸੀ ਕਿ ਮੈਂ ਗੁਰਤਾ ਗੱਦੀ ਪ੍ਰਾਪਤ ਕਰਨੀ, ਮੈਂ ਗੁਰੂ ਹਾਂ। ਗੁਰੂ ਅਰਜਨ ਦੇਵ ਮਹਾਰਾਜ ਦੀ ਇੰਨੀ ਨਿਮਰਤਾ, ਇੰਨੀ ਵਿਚਾਰ ਹੈ ਕਿ ਉਹਨਾਂ ਨੇ ਕਿਸੇ ਪ੍ਰਕਾਰ ਆਪਣੇ ਪਿਤਾ ਨੂੰ ਇਦਾਂ ਦੀ ਵਿਚਾਰ ਦੇ ਨਾਲ ਨਹੀਂ ਦੇਖਿਆ, ਗੁਰੂ ਦੇ ਰੂਪ ਦੇ ਵਿੱਚ ਦੇਖਿਆ, ਉਹਨਾਂ ਦੀ ਸੇਵਾ ਕੀਤੀ ਭਾਵਨਾ ਦੇ ਨਾਲ। ਆਪਣੇ ਆਪ ਨੂੰ ਉਦਾਂ ਦੇ ਨਿਮਰਤਾ ਦੇ ਸੰਚੇ ਵਿੱਚ ਢਾਲ ਲਿਆ। ਗੁਰੂ ਸਤਿਗੁਰ ਦੇ ਹਰੇਕ ਬਚਨ ਨੂੰ ਸੱਤ ਕਰਕੇ ਮੰਨਿਆ, ਆਗਿਆਕਾਰੀ ਹੋਏ ਨੇ। ਤੇ ਫਿਰ ਭਾਵੇਂ ਪ੍ਰਿਥੀ ਚੰਦ ਵੱਡਾ ਪੁੱਤਰ ਸੀ, ਆਮ ਕਹਿ ਦਿੰਦੇ ਆ ਨਾ ਕਿ ਕਿਸੇ ਪਿਤਾ ਦੀ ਜਿਹੜੀ ਦਸਤਾਰ ਹੈ, ਜ਼ਿੰਮੇਵਾਰੀ ਹੈ, ਉਹ ਰੁਤਬਾ ਹੈ, ਘਰ ਦਾ ਦੇਖ ਰੇਖ ਵੱਡੇ ਪੁੱਤਰ ਨੂੰ ਸੌਂਪਿਆ ਜਾਂਦਾ। ਮੰਨ ਲਓ ਕਿਸੇ ਮਨੁੱਖ ਨੂੰ ਕੋਈ ਉਦਾਂ ਦੀ ਵਿਚਾਰ ਹੋ ਗਈ, ਉਦਾਂ ਦੀ ਗੱਲਬਾਤ ਬਣ ਗਈ, ਉਹ ਸੰਸਾਰ ਵਿੱਚੋਂ ਚਲਾ ਗਿਆ,
ਮ੍ਰਿਤੂ ਹੋ ਗਿਆ। ਤੇ ਆਪਾਂ ਕਹਿ ਦਿੰਦੇ ਆ ਕਿ ਵੱਡੇ ਪੁੱਤਰ ਨੂੰ ਦਸਤਾਰਬੰਦੀ ਕੀਤੀ ਜਾਵੇ। ਭਾਈ ਇਹਦੀ ਜ਼ਿੰਮੇਵਾਰੀ, ਪਿਓ ਦੀ ਜ਼ਿੰਮੇਵਾਰੀ ਵੱਡੇ ਪੁੱਤਰ ਨੂੰ ਦਿੱਤੀ ਜਾਵੇ। ਹੁਣ ਇੱਥੇ ਵੱਡੇ ਛੋਟੇ ਦੀ ਕੋਈ ਵਿਚਾਰ ਨਹੀਂ, ਇਹ ਮੈਨੇ ਨਹੀਂ ਰੱਖਦਾ। ਉਸ ਵਾਲ ਬੇਵਕਤ ਇਦਾਂ ਦੀ ਵਿਚਾਰ ਕਹਿੰਦੇ ਪ੍ਰਾਪਤ ਹੋਣੀ ਚਾਹੀਦੀ। ਜ਼ਿੰਮੇਵਾਰੀ ਕੌਣ ਸਮਝਦਾ, ਵੱਡਾ ਜਾਂ ਛੋਟਾ? ਉਹਦੇ ਵਿੱਚ ਪਰਪੱਖ ਕਿਹੜਾ ਏ? ਕਿਹਨੇ ਇਸ ਨੂੰ ਸਹੀ ਢੰਗ ਦੇ ਨਾਲ ਅਦਾ ਕਰਨਾ, ਨਿਭਾਉਣਾ ਕਿਹਨੇ, ਸਮਝਣਾ ਕਿਹਨੇ ਆ? ਇਹ ਗੱਲ ਮੈਨੇ ਰੱਖਦੀ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਦੇ ਕਹਿੰਦੇ ਦੱਸਦੇ ਨੇ, ਉਸ ਵੇਲੇ ਵੱਡੇ ਪੁੱਤਰ ਪ੍ਰਿਥੀ ਚੰਦ ਨੇ ਉਦਾਂ ਦੀ ਵਿਚਾਰ ਕੀਤੀ, ਕਦੇ ਆਪਣੇ ਪਿਤਾ ਦੇ ਹੁਕਮ ਨੂੰ ਮੰਨਿਆ ਨਹੀਂ, ਨਿਮਰਤਾ ਪ੍ਰਾਪਤ ਨਹੀਂ ਕੀਤੀ। ਸੰਗਤ ਨਾਲ ਵੀ ਬੜੇ ਉਦਾਂ ਦੇ ਵਿਵਹਾਰ ਦੇ ਨਾਲ ਪ੍ਰਾਪਤ ਹੁੰਦੇ ਸਨ, ਮਾੜਾ ਵਿਵਹਾਰ ਕਰਦੇ ਸਨ, ਵਰਤਾਓ ਬਹੁਤ ਉਦਾਂ ਦਾ ਕਰਦੇ ਸਨ। ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਵਿਚਾਰ ਵੱਖਰੀ ਹੁੰਦੀ ਸੀ। ਫਿਰ ਕਹਿੰਦੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪ੍ਰਾਪਤ ਹੋਈ ਨਿਮਰਤਾ ਦੇ ਨਾਲ। ਤੇ ਗੁਰੂ ਅਰਜਨ ਦੇਵ ਮਹਾਰਾਜ ਤੋਂ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਏਦਾਂ ਗੁਰਤਾ ਗੱਦੀ ਪਿੱਛੇ ਹਰੇਕ ਮਨੁੱਖ ਕਹਿੰਦਾ ਸੀ ਮੈਨੂੰ ਮਿਲੇ, ਪਰ ਇਹ ਕਹਿੰਦੇ ਪਰਖ ਕੇ ਦੇਖ ਕੇ ਨਿਮਰਤਾ ਵੇਖ ਕੇ ਉਹਨੂੰ ਪ੍ਰਾਪਤ ਹੁੰਦੀ ਸੀ ਜਿਹੜਾ ਇਸ ਦੇ ਲਾਇਕ ਸੀ। ਭਾਵ ਇਹ ਕਹਿਣ ਦਾ ਕਿ ਕੋਈ ਮਨੁੱਖ ਨਿਮਰਤਾ ਧਾਰਨ ਕਰੇ ਤੇ ਉਹਨੂੰ ਸਭ ਕੁਝ ਪ੍ਰਾਪਤ ਹੁੰਦਾ, ਆਨੰਦ ਪ੍ਰਾਪਤ ਹੁੰਦਾ, ਸਤਿਗੁਰ ਦੇ ਦਰਕਾਰ ਦੇ ਵਿੱਚੋਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੁੰਦੀਆਂ। ਤੇ ਜੇਕਰ ਕੋਈ ਮਾਣ ਦੇ ਨਾਲ, ਹੰਕਾਰ ਦੇ ਨਾਲ ਆਪਣੇ ਆਪ ਦੇ ਵਿੱਚ ਫੁੱਲਿਆ ਫਿਰੇ, ਉਸ ਮਨੁੱਖ ਨੂੰ ਕਦਾਚਿਤ ਕੁਝ ਪ੍ਰਾਪਤ ਨਹੀਂ ਹੁੰਦਾ। ਜਿਵੇਂ ਕਹਿ ਦਈਦਾ ਨਾ, ਜਿਹੜਾ ਪਾਣੀ ਦਾ ਟਿਕਾਊ ਹੈ ਨਾ, ਪਾਣੀ ਦਾ ਜਿਹੜਾ ਪ੍ਰਾਪਤੀ ਹੋਣੀ, ਪੱਧਰ ਹੋਣਾ, ਨੀਵੇਂ ਥਾਂ ਤੇ ਹੁੰਦਾ। ਉੱਚੇ ਜਿਹੜੇ ਪਹਾੜ ਨੇ, ਟਿੱਬੇ ਨੇ, ਉਹ ਸੁੱਕਿਆਂ ਦੇ ਸੁੱਕੇ ਹੀ ਰਹਿ ਜਾਂਦੇ ਨੇ, ਉਹਨਾਂ ਨੂੰ ਪਾਣੀ ਦੀ ਪ੍ਰਾਪਤੀ ਨਹੀਂ ਰਹਿੰਦੀ, ਉਹ ਸੁੱਕੇ ਦੇ ਸੁੱਕੇ ਰਹਿ ਜਾਂਦੇ। ਕਹਿੰਦੇ ਉੱਚਾ ਹੋ ਕੇ ਮਾਣ ਕੀ ਕਰਨਾ, ਹੰਕਾਰ ਕੀ ਕਰਨਾ, ਪਰ ਜਿਹੜੀ ਪ੍ਰਾਪਤੀ ਤੈਨੂੰ ਚਾਹੀਦੀ ਸੀ ਉਹ ਤੇ ਹੋਈ ਨਹੀਂ, ਉਹ ਪ੍ਰਾਪਤੀ ਕੇਵਲ ਨੀਵੇਂ ਹੋ ਗਏ ਆ, ਨਿਮਰਤਾ ਦੇ ਨਾਲ ਹੈ। ਏਦਾਂ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਦੀ। ਭਾਵ ਕਹਿਣ ਦਾ ਹੁਣ ਭੀਮ ਚੰਦ ਸੈਨ ਨੇ ਵਿਚਾਰ ਕੀਤੀ, ਉਹ ਕਹਿੰਦੇ ਆਪਣਾ ਕੁਝ ਨਹੀਂ ਘਟਦਾ ਜੇ ਨਿਮਰਤਾ ਨਾਲ ਨੀਵੇਂ ਹੋ ਜਾਈਏ। ਮਿੱਠੇ ਪਿਆਰੇ ਹੋ ਕੇ ਸਤਿਗੁਰੂ ਜੀ ਤੋਂ ਰਸਤਾ ਮੰਗ ਲੈਨੇ, ਲੰਘ ਜਾਂਦੇ ਆ, ਕਾਰਜ ਸਵਾਰ ਲੈਨੇ ਆ। ਬਾਅਦ ਵਿੱਚ ਬੜਾ ਸਮਾਂ ਪਿਆ ਹੈ ਜੰਗ ਜੁੱਧ ਕਰਨ ਨੂੰ, ਜੋਸ਼ ਦਿਖਾਉਣ ਨੂੰ। ਫੇਰ ਜੋਸ਼ ਦਿਖਾਵਾਂਗੇ ਗੁਰੂ ਸਤਿਗੁਰੂ ਨੂੰ, ਫੇਰ ਦਿਖਾਵਾਂਗੇ ਅਸੀਂ ਕਿੱਡੀ ਵੱਡੀ ਤਾਕਤ ਦੇ ਮਾਲਕ ਆ। ਉੱਥੇ ਆਪਣੇ ਜੰਗ ਜੁੱਧ ਦੇ ਵਿੱਚ ਇਹ ਤਾਕਤ ਅਜਮਾਇਸ਼ ਕਰਿਓ, ਹੁਣ ਲੋੜ ਨਹੀਂ ਤੁਹਾਨੂੰ। ਇਦਾਂ ਦੀ ਵਿਚਾਰ ਕਰਦੇ ਕਹਿੰਦੇ ਪਹੁੰਚਣਾ ਆਪਣਾ ਜ਼ਰੂਰੀ ਹੈ। ਫਤਿਹ ਸ਼ਾਹ ਰਾਜੇ ਦੇ ਗ੍ਰਹਿ ਵਿਖੇ ਉਹਦੀ ਪੁੱਤਰੀ ਦੇ ਆਨੰਦ ਕਾਰਜ ਪ੍ਰਾਪਤ ਕਰਨੇ ਜ਼ਰੂਰੀ ਪਹੁੰਚਣਾ। ਤੇ ਰਸਤਾ ਵੀ ਇੱਥੋਂ ਦੀ ਹੈ, ਹੋਰ ਕੋਈ ਰਸਤਾ ਵੀ ਹੈ ਨਹੀਂ। ਜੇ ਉੱਤੋਂ ਦੀ ਜਾਵਾਂਗੇ ਬਹੁਤ ਸਮਾਂ ਲੱਗ ਜਾਣਾ, ਬੜੇ ਦਿਨ ਲੱਗ ਜਾਣੇ ਨੇ। ਫਿਰ ਤੇ ਵਿਆਹ ਆਨੰਦ ਕਾਰਜ ਦਾ ਤਰੀਕ ਦਿਨ, ਉਹ ਸਭ ਕੁਝ ਸਮਾਂ ਮੁਹੂਰਤ ਲੰਘ ਜਾਣਾ, ਫੇਰ ਕੀ ਫਾਇਦਾ? ਭਾਵ ਕੁਝ ਵੀ ਨਹੀਂ। ਇਦਾਂ ਸਲਾਹ ਮਸ਼ਵਰਾ ਕਰਦੇ ਨੇ, ਆਪਸ ਦੇ ਵਿੱਚ ਮਿਲ ਕੇ ਗੱਲਾਂ ਬਾਤਾਂ ਕਰ ਰਹੇ ਨੇ। ਰਾਜਾ ਭੀਮ ਚੰਦ ਸੈਨ, ਗੋਪਾਲ ਗਲੇਸਰੀਆ, ਇਹ ਜਿਹੜਾ ਮੰਡੀ ਦਾ ਰਾਜਾ ਏ, ਸਕੇਤ ਰਿਆਸਤ ਦਾ ਰਾਜਾ ਜਸੋਵਾਲ, ਤੇ ਅਨੇਕ ਹੁੰਡੀ ਦੇ ਰਾਜੇ ਜਿਹੜੇ ਨੇ, ਕੇਸਰੀ ਚੰਦ ਰਾਜਾ, ਬੇਅੰਤ ਰਾਜੇ ਨੇ, ਕਿੰਨਾ ਕਿੰਨਾ ਦੇ ਨਾਮ ਗਾਇਨ ਕਰਕੇ ਆਪ ਸੰਗਤ ਦੇ ਸਨਮੁਖ ਵਰਣਨ ਕਰੀਏ। 22 ਧਾਰਾਂ ਦੇ ਰਾਜੇ ਇਕੱਤਰ ਹੋ ਕਰਕੇ ਬੜੇ ਆਪਣੇ ਆਪ ਦੇ ਵਿੱਚ ਸੱਜ ਧੱਜ ਕੇ ਪ੍ਰਾਪਤ ਹੋਏ ਨੇ, ਬਰਾਤ ਦੇ ਰੂਪ ਦੇ ਵਿੱਚ ਆ ਰਹੇ ਨੇ, ਵੱਡੀ ਫੌਜ ਪ੍ਰਾਪਤ ਕਰਕੇ ਆ ਰਹੇ ਨੇ, ਬੇਅੰਤ ਇਕੱਠ ਪ੍ਰਾਪਤ ਕਰਕੇ ਆ ਰਹੇ ਨੇ। ਹੁਣ ਇਹਨਾਂ ਦੀ ਵਿਚਾਰ ਕਿਵੇਂ ਕਿਵੇਂ ਕਰੀਏ? ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਬੇਅੰਤ ਇਦਾਂ ਦੇ ਮਨੁੱਖ ਹੈ, ਉਸ ਵਕਤ ਦੇ ਵਿਚਾਰਾਂ ਕਰਦੇ ਨੇ, ਸਲਾਹ ਮਸ਼ਵਰੇ ਕਰਦੇ ਨੇ। ਆਓ ਪਿਆਰੀ ਸੰਗਤ ਜੀ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਕਥਾ ਵਿਚਾਰ ਦਾ ਜੋ ਸਮਾਂ ਹੈ ਸਮਾਪਤ ਹੋ ਚੁੱਕਿਆ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਲਾਹ ਮਸ਼ਵਰਾ ਕਰਦੇ ਨੇ,
ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਪਾਵਨ ਪਵਿੱਤਰ ਰਮਣੀਕ ਅਸਥਾਨ ਦੇ ਕੋਲ ਦੀ ਕਿਵੇਂ ਲੰਘਦੇ ਆ, ਕਿਉਂਕਿ ਬਹੁਤ ਵੱਡੀ ਫੌਜ ਹੈ, ਚੁੱਪ ਕਰਕੇ ਤੇ ਲੰਘ ਨਹੀਂ ਸਕਦੇ। ਇਦਾਂ ਤੇ ਜਾ ਨਹੀਂ ਨਾ ਸਕਦੇ ਕਿ ਸ਼ਾਂਤ ਹੋਣ, ਸਾਈਲੈਂਟ ਹੋ ਕੇ ਲੰਘ ਜਾਣ, ਨਹੀਂ ਲੰਘ ਸਕਦੇ। ਉਸ ਵਕਤ ਪੂਰਨ ਤੌਰ ਤੇ ਸ਼ਹਿਨਾਈਆਂ ਵੱਜ ਰਹੀਆਂ ਨੇ, ਉੱਚੀਆਂ ਧੁਨਾਂ ਉਤਪੰਨ ਹੋ ਰਹੀਆਂ ਨੇ, ਨਗਾਰੇ ਵੱਜ ਰਹੇ ਨੇ। ਇਦਾਂ ਕਰਕੇ ਸਾਜੋ ਸਮਾਜ ਦੇ ਨਾਲ, ਪੁਰਾਤਨ ਰੀਤ ਰਿਵਾਜ ਦੇ ਨਾਲ ਇਹ ਬਰਾਤ ਜਾ ਰਹੀ ਹੈ। ਤੇ ਹੁਣ ਇਹ ਕਿਵੇਂ ਵਿਚਾਰ ਬਣਾਉਂਦੇ, ਉੱਥੋਂ ਦੀ ਕਿਵੇਂ ਲੰਘਦੇ, ਗੁਰੂ ਸਤਿਗੁਰ ਦੇ ਨਾਲ ਕਿਵੇਂ ਵਿਚਾਰ ਕਰਦੇ, ਸਤਿਗੁਰੂ ਜੀ ਕਿਵੇਂ ਇਹਨਾਂ ਨੂੰ ਰਸਤਾ ਦਿੰਦੇ ਆ। ਔਰ ਇਹਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।